ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੇ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਇਸ ਸਮੇਂ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਸਜ ਕਰਕੇ ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਸਤਿਗੁਰੂ ਜੀ ਦੀ ਪਾਵਨ ਬਾਣੀ ਨਾਲ ਲੜੀਵਾਰ ਸਾਂਝ ਪਾ ਕਰਕੇ ਆਪਣੇ ਜੀਵਨ ਦੇ ਅਸਲ ਮਨੋਰਥ ਨੂੰ ਪਛਾਣਨ ਦਾ ਜਿਹੜਾ ਆਪਾਂ ਯਤਨ ਕਰ ਰਹੇ ਹਾਂ। ਸੋ ਆਓ ਆਰੰਭਤਾ ਕਰਨੀ ਕਰੀਏ। ਪਾਵਨ ਅੰਕ 98 ਦੇ ਉੱਤੋਂ ਅੱਜ ਦੀ ਜਿਹੜੀ ਹੈ ਉਹ ਆਰੰਭਤਾ ਹੈ। ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਝ ਮਹਿਲਾ ਪੰਜਵਾਂ। ਪਾਰ ਬ੍ਰਹਮ ਅਪਰੰਪਰ ਦੇਵਾ, ਅਗੰਮ ਅਗੋਚਰ ਅਲਖ ਅਭੇਵਾ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਮਾਝ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਦਰਜ ਹੈ। 13ਵਾਂ ਸ਼ਬਦ ਹੈ ਟੋਟਲ ਮਾਝ ਰਾਗ ਦਾ ਅਤੇ 6ਵਾਂ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਹੈ। ਸ਼ਬਦ ਸਤਿਗੁਰੂ ਜੀ ਨੇ ਬਖਸ਼ਿਆ ਹੈ ਪਾਰ ਬ੍ਰਹਮ ਅਪਰੰਪਰ ਦੇਵਾ। ਪਾਰ ਬ੍ਰਹਮ ਜਾਂ ਬ੍ਰਹਮ ਸ਼ਬਦ ਬਹੁਤ ਵਾਰ ਪਾਵਨ ਬਾਣੀ ਦੇ ਵਿੱਚ ਵਰਤਿਆ ਗਿਆ ਹੈ, ਪਰ ਕਈ ਵਾਰ ਅਸੀਂ ਅਣਜਾਣੇ ਦੇ ਵਿੱਚ ਇਹਨੂੰ ਬ੍ਰਹਮ ਉਚਾਰਨ ਕਰਦੇ ਹਾਂ। ਬ੍ਰਹਮ ਕਰਦੇ ਨਾ, ਬ੍ਰਹਮ ਬ੍ਰਹਮ ਨਹੀਂ ਹੈ, ਕੋਈ ਮਾਤਰਾ ਨਹੀਂ ਲੱਗੀ ਹੋਈ, ਸਿੱਧਾ ਬ੍ਰਹਮ ਪੈਰ ਦੇ ਵਿੱਚ ਰਾਰਾ ਹੈ। ਤੇ ਪਾਰ ਬ੍ਰਹਮ ਵੀ ਨਹੀਂ, ਪਾਰ ਬ੍ਰਹਮ ਬ੍ਰਹਮ, ਇਹਨੂੰ ਬ੍ਰਹਮ ਨਹੀਂ ਉਚਾਰਨ ਕਰਾਂਗੇ ਕਿ ਭਾਵੇਂ ਇਕੱਲਾ ਬ੍ਰਹਮ ਆਏ ਬ੍ਰਹਮ ਆਏ ਜਾਂ ਜਿਹੜਾ ਹੈ ਉਹ ਪਾਰ ਬ੍ਰਹਮ ਆਏ, ਇਹਨੂੰ ਇਸ ਤਰ੍ਹਾਂ ਬ੍ਰਹਮ ਉਚਾਰਨ ਕਰਕੇ ਨਹੀਂ ਕਰਨਾ ਹੈ। ਬਹੁਤ ਵਾਰ ਪਾਵਨ ਬਾਣੀ ਵਿੱਚ ਸ਼ਬਦ ਬਰਮਾ ਵੀ ਆਉਂਦਾ ਹੈ, ਬਰਮਾ। ਸੋ ਇਸ ਕਰਕੇ ਉਚਾਰਨ ਦਾ ਆਪਾਂ ਖਿਆਲ ਜਿਹੜਾ ਰੱਖਣਾ ਹੈ। ਬਰਮਾ ਜਿੱਥੇ ਆਏਗਾ ਉੱਥੇ ਬੱਬਾ ਰਾਰਾ ਮੰਮੀ ਨੂੰ ਕੰਨਾ ਲਿਖਿਆ ਹੋਏਗਾ, ਬ੍ਰਹਮਾ ਵੀ ਆਏਗਾ। ਇਹਦਾ ਅਸੀਂ ਜਿਹੜਾ ਹੈ ਉਹ ਖਿਆਲ ਰੱਖਣਾ ਹੈ। ਪਾਰ ਬ੍ਰਹਮ ਤੋਂ ਭਾਵ ਮਾਲਕ ਅਕਾਲ ਪੁਰਖ। ਇਹ ਸਾਰੇ ਹੀ ਜਿਹੜੇ ਦੋਵਾਂ ਪੰਕਤੀਆਂ ਦੇ ਵਿੱਚ ਜਾਂ ਅਗਲੀ ਪੰਕਤੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੀ ਰਹਿਮਤ ਕੀਤੀ ਹੈ ਕਿ ਇਹ ਵਿਸ਼ੇਸ਼ਣ ਦਿੱਤੇ ਹੋਏ ਹੈ। ਮਾਲਕ ਦੇ ਨਾਮ ਨੂੰ ਜਿਹੜਾ ਹੈ ਧਿਆਇਆ ਜਾ ਰਿਹਾ ਕਿ ਤੂੰ ਆ ਹੈ, ਕਿ ਮਾਲਕ ਜੀ ਤੁਸੀਂ ਆ ਹੋ, ਤੁਸੀਂ ਆ ਹੋ। ਇਸੇ ਤਰ੍ਹਾਂ ਵਿਸ਼ੇਸ਼ਤਾ ਜਿਹੜੀ ਹੈ ਉਹ ਸਤਿਗੁਰੂ ਜੀ ਦੱਸ ਰਹੇ ਨੇ। ਅਪਰੰਪਰ, ਅਪਰ ਪਰੰਪਰ ਭਾਵ ਜਿਸ ਤੋਂ ਪਰੇ ਹੋਰ ਕੋਈ ਨਹੀਂ ਹੈ, ਅਪਰੰਪਰ। ਅਤੇ ਅੱਗੇ ਦੇਵਾ ਭਾਵ ਦੇਵ ਦਾ ਅਰਥ ਹੁੰਦਾ ਹੈ ਪ੍ਰਕਾਸ਼ ਰੂਪ, ਚਾਨਣ। ਕੀ ਹੈ ਮਾਲਕ ਜੀ ਤੁਸੀਂ ਕੀ ਹੈ? ਚਾਨਣ ਰੂਪ ਹੋ, ਪ੍ਰਕਾਸ਼ ਰੂਪ ਹੋ, ਕਿ ਸਾਨੂੰ ਜੀਵਨ ਦਾ ਸਹੀ ਸਿਧਾਂਤ ਤੇ ਸਹੀ ਜਿਹੜੀ ਹੈ ਜਾਂਚ ਬਖਸ਼ਦੇ ਹੋ। ਪਾਰ ਬ੍ਰਹਮ ਭਾਵ ਮਾਲਕ ਪਰਮੇਸ਼ਰ, ਅਪਰੰਪਰ ਵੀ ਮਾਲਕ ਪਰਮੇਸ਼ਰ ਤੇ ਦੇਵਾ ਵੀ ਅਕਾਲ ਪੁਰਖ ਪਰਮੇਸ਼ਰ। ਅੱਗੇ ਅਗੰਮ ਅਗੋਚਰ ਅਲਖ ਅਭੇਵਾ, ਇਹ ਵੀ ਸਾਰੇ ਸ਼ਬਦਾਂ ਦੇ ਅਰਥ ਅਸੀਂ ਜਾਣਦੇ ਹਾਂ। ਹਾਂਜੀ, ਅਗੰਮ ਦਾ ਅਰਥ ਕੀ ਹੈ ਜੀ? ਹਾਂਜੀ, ਪਹੁੰਚ ਤੋਂ ਪਰੇ, ਠੀਕ ਹੈ ਜੀ, ਜੋ ਅਪਹੁੰਚ ਹੈ। ਅਗੋਚਰ, ਇਹਦੇ ਵਿੱਚ ਚਰ ਦਾ ਅਰਥ ਕੀ ਹੈ? ਚੱਚਾ ਰਾਰਾ। ਹਾਂਜੀ, ਅਗੋਚਰ, ਅਗੋਚਰ ਆਪਾਂ ਕੱਲ੍ਹ ਹੀ ਸਾਂਝ ਕੀਤੀ ਸੀ, ਚਲੋ ਕੋਈ ਨਹੀਂ। ਅਗੋਚਰ ਆਪਾਂ ਬਹੁਤਾ ਵੀ ਡੀਪਲੀ ਨਹੀਂ ਜਾਣਾ ਕਿ ਸਾਨੂੰ ਬਾਕੀ ਭੁੱਲ ਜਾਏ। ਅਗੋਚਰ ਦਾ ਅਰਥ
जिस तक ज्ञान इंद्रियां की पहुँच नहीं हो सकती। अलख का अर्थ की है? जानिया ना जा सके, लखिया ना जा सके। बयान करना हो रहा जी, लखना हो रहा, जानना होर, बयान हो रहा, थोड़ा जा फर्क दे विच है। इनू बहुत वार जिहड़ा है अलख पढ़िया जाता है, कीता जाता ना उचारण। अलख का की अर्थ होएगा? वो की है? जोगी इस शब्द की वरतों करते कि अलख जगाउणी है। अर्थ बदल गया ना। तो ये शब्द है अलख। बहुती बार गुरबाणी दे विच इहो ही आएगा। जिवें शब्द इत्थे शुरू दे विच लिखिया होया ऐड़ा गग्गा मम्मा अगम। हुण अगम शब्द नाल तां अर्थ ही नहीं कोई बनना। जदों अगम कर कह देवांगे उदों की है? बहुत बार गुरबाणी दे विच दर्ज है, टिप्पी गग्गे दे उत्ते लगी हुई है अगम, पर बहुत बार नहीं भी है। पर हमेशा ही अगम ही उचारण होएगा, अगम नहीं उचारण होएगा। अगम अगम थोड़ा कहांगे आपां, अगम कि मालिक तू साडी पहुँच तो दूर है, अपहुँच है। कि असीं कोई आखदी कि तैनूं सौखे आ, जां तैनूं लभ लईए, जां तैनूं पा लईए कि तू मालका एड्डा क वड्डा मैं तेरा लभ लिया, अंत पता लग गया सानूं। ऐसा तो नहीं हो सकता। अलख अपेवा की अर्थ है जी? जिहदा भेत भेद जां भेद ना पाया जा सके। अपेवा, भेवा दा अर्थ, भेव दा अर्थ भेद पा लेना, ते अपेवा दा अर्थ भेद ना पा सकना। दीन दयाल गोपाल गोबिंदा, हर ध्याव गुरमुख गाती जियो। इत्थे शब्द गोपाल है। गुरबाणी दे विच औंकड़ नाल भी आएगा, गोपाल भी आ सकता है। उत्थे उचारण गोपाल होएगा। अगे शब्द है गोबिंदा, गोबिंद गोबिंदा कन्ना भी लगा नाल। इत्थे होड़ा है ते कई थावां ते औंकड़ भी आ सकता है। उत्थे उचारण की है इहदा? वो बदल जाएगा। जां जिथे दो मात्रा भी आ सकदियां, गग्गे दी होड़ा भी आ सकदा, औंकड़ भी आ सकदा, उत्थे उचारण फिर की होएगा? हाँ जी, औंकड़ नाल उचारण होएगा जां होड़े नाल उचारण होएगा? हाँ जी, औंकड़ नाल कौन कौन सहमत है जी? ते होड़े नाल? असल उचारण की है? गोबिंदा होड़े नाल। ते जदों मात्रा दो होईयां फिर जिहड़ी दूजी मात्रा होएगी वो उचारण होएगा। औंकड़ नाल उदों उचारण होगा गोबिंदा, गोबिंद। हर ध्यावो गुरमुख गाती जियो। दीन दयाल भाव जो दीना उत्ते दया करन वाला है। आपां सवेरे अमृत वेले भी सांझ कीती सी इस शब्द की, दयाल। इनू बहुती बार दयाल ही पढ़िया जाता है। जिवें किसी का नाम होवे दयाल, गुरबाणी विच आ सकता है, पर इस शब्द का उचारण दयाल नहीं हो सकता। गुरबाणी विच दयाल भी आएगा, दद्दे नूं दो दलावां एड़े नूं कन्ना लल्ला, दयाल भी आएगा। उत्थे उचारण का दयाल होगा, उत्थे दयाल नहीं तुसीं कर सकते। ਇਹਦਾ भी अर्थ दयाल नहीं है, दयाल ईड़ी सिहारी है विच, दया आल, दो अर्थ दो शब्द ने ਇਹਦੇ ਵਿੱਚ। दया आल, दया का घर, आलिया तो भाव हुंदा घर, जो दया का घर है कि जो दीना उत्ते दया करन वाला है। गोपाल, गोपाल का अर्थ हाँ जी, धरती नूं सृष्टि नूं पालन वाला। गोबिंदा हाँ जी, भाव धरती नूं बिंदन वाला कह सकते हैं। बिंद गोबिंद बिंदन वाला, भाव सब दी जानन वाला। हर ध्यावो गुरमुख गाती जियो। गाती का अर्थ गति देने वाला जां उच्ची आत्मक अवस्था देने वाला।
कि जो शिष्टां दी जीवां दी दिल दी जानन वाला है अते जो उच्ची आत्मक अवस्था देन वाला है। इस ये सारे ही जिहड़े शब्द ने ये पातशाह जी ने विशेषता के रूप दे विच दर्ज कीते ने कि मालका तू आ भी है, तू आ भी है, तू आ भी है, तू आ भी है, तो असी तो कुछ भी नहीं तेरे अगे अगे रहमत कर रहे हैं। गुरमुख मधुसूदन निस्तारे, गुरमुख संगी कृष्ण मुरारे। मधुसूदन का की अर्थ है जी? आपां सांझ कीती सीगी। हाँ जी, इधरों सामने तो मद जिहड़ा राक्षस सीगा उन्होंने सूदन वाला, सूदन तो भाव मारन वाला, कि जिहड़े उन्हों मारन वाला है। तो ये साडे हुण मद किहड़े ने? राक्षस सानू किहड़े चिंबड़े होए आ? विकार, ये सारे राक्षसां वर्गे ने ना, सानू चिंबड़े होए आ। इस करके भाव मधुसूदन कि ये विकार रूप जिहड़े राक्षस ने इन्हां तो बचाउण वाला है, विकार तो बचाउण वाला। गुरमुख गुरु दी शरण पिया, मधु दैंत नूं मारन वाला, विकार दैंतां तो बचा लैंदा है। निस्तारे तो भाव निस्तार लैंदा है, बचा लैंदा है, तार लैंदा है कि विकार रूप दैंतां तो। गुरमुख संगी कृष्ण मुरारी, संगी तो भाव साथी, कृष्ण मुरारे, मुरारे मोर प्लस अर दो शब्दां ते है। पातशाह जी आखन लगे गुरु दी शरण पिया मुर दैंत नूं मारन वाला प्रभु सदा लई साथी बन जाता है। क्योंकि जदों असीं देखते हाँ पुरातनता दे विच ते कृष्ण जी ने जिहड़ा है वो मुर दैंत नूं मारिया सी। तो इस करके हुण इत्थे एक सिर्फ उदाहरण लई गई है, इत्थे ये नहीं कहा कि कृष्ण जी नूं जाके ते आओ। भाव कि जिवें कृष्ण जी ने उस दैंत नूं मारिया है, मालिक जी गुरु साहब आख रहे हैं कि उस तरह तू साडे ये विकार रूप दैंतां नूं मारन वाला है, खत्म करन वाला है। सानू नहीं पता किसी ने किसी नूं मारिया कि नहीं मारिया, पर साडे समाज विच एक की सी कि ये चल रही सी कि फलाने समय आ देवते ने आ कीता है। तो फिर जदों किसी नूं समझाया जाता है, जिवें अज कोई समाज दे विच उदाहरण देनी होए तो कोई हुण जिन्ने क लोग आ उन्ने क पीर फकीर ते संत भी बने फिरदे है। उदों फिर उन्होंने कह दिता जाता कि तू उस पीर नूं मनदा है ना, वो जिहड़ा है उन्हें ऐ कीता, हाँ बिल्कुल रब तरह पूजदा है ना, बिल्कुल पूजदा है। तो मालक इहदा भी इह तों भी किते अगांह दी गल है। समझाता ना सौखा कि मालक जिहड़ा है इस पीर तो भी भावें ना उहदा वरत लिया कि वह भी मालक भी साडे दैंतां नूं विकारां नूं खत्म करन वाला है, मारन वाला है। उहदे नाल जुड़ के तां देख हो गया ना, दस दिता ना। इस तरीके दे नाल इह उदाहरणां दे रूप दे विच वरते होए शब्द ने। दयाल दमोदर गुरमुख पाइयै, होरत कितै न भाती जियो। पिछली पंक्ति विच कृष्ण शब्द आया है, इहदा अर्थ इत्थे फिर की होएगा? नहीं नहीं, पिछली पंक्ति विच कृष्ण मुरारे शब्द आया है, की अर्थ होएगा? पर अर्थ कर भी लए वैसे। कृष्ण का अर्थ चंगी तरह समझ लिया, परमात्मा, रब, परमेश्वर। इत्थे कृष्ण जी के अर्थ कृष्ण जी तो नहीं है, मालक वास्ते है। दयाल दमोदर गुरमुख पाइयै, दमोदर तो भाव दामन उधर जिहड़ा है वो वरत्या जाता है। ये भी कृष्ण के लिए, कृष्ण जी के लिए खास तौर पर शब्द जिहड़ा है वो पुराने समय च वरत्या जाता है। पर इत्थे की है? परमात्मा, रब, अकाल पुरख। आखन लगे गुरु की शरण पिया वो प्रभु मिलता है। पाइयै जो दयाल तो भाव दया का घर है, दया का सोमा है, जिसनों दमोदर आख्या जाता है। होर तो किते ना भाती जियो, भाती तो भाव
ਹੋਰਤ ਕਿਤੇ ਨਾ। ਪਾਉਣ ਦੀ ਗੱਲ ਹੈ, ਗੁਰੂ ਦੀ ਸ਼ਰਨ ਪਿਆ ਪਾ ਲਈਦਾ ਹੈ, ਪ੍ਰਾਪਤ ਹੁੰਦਾ ਹੈ, ਪਰ ਹੋਰਤ ਕਿਤੇ ਨਾ ਭਾਤੀ ਜੀ। ਭਾਤੀ ਦਾ ਅਰਥ ਤਰੀਕਾ, ਵੀ ਹੋਰ ਕਿਸੇ ਭਾਂਤ ਨਾਲ ਨਹੀਂ ਪਾਇਆ ਜਾ ਸਕਦਾ। ਗੁਰੂ ਦੀ ਸ਼ਰਨ ਪੈ ਕੇ, ਗੁਰੂ ਦੇ ਕੋਲ ਆ ਕੇ ਹੀ ਉਸ ਮਾਲਕ ਦੀ ਪ੍ਰਾਪਤੀ ਜਿਹੜੀ ਹੈ ਉਹ ਹੁੰਦੀ ਹੈ, ਹੋਰ ਕਿਸੇ ਤਰੀਕੇ ਨਾਲ ਨਹੀਂ ਮਿਲ ਸਕਦਾ ਹੈ। ਨਿਰਹਾਰੀ ਕੇਸ਼ਵ ਨਿਰਵੈਰਾ, ਕੋਟ ਜਨਾ ਕੇ ਪੂਜਹਿ ਪੈਰਾ। ਹਾਂਜੀ, ਕੋਟ ਜਨਾ ਜਾ ਕੇ ਪੂਜਹਿ ਪੈਰਾ। ਹੁਣ ਇੱਥੇ ਵੇਖੋ, ਕਈ ਵਾਰ ਸਮਾਜ ਵਿੱਚੋਂ ਸਵਾਲ ਇਹ ਵੀ ਉੱਠਦਾ ਹੈ ਕਿ ਕੇਸ ਰੱਖਣ ਨਾਲ ਰੱਬ ਥੋੜ੍ਹਾ ਮਿਲਦਾ, ਫਿਰ ਕੀ ਕਟਾ ਤੇ ਹੈ ਤਾਂ ਇੱਥੇ ਕੀ ਆਖਰੇ ਪਾਤਸ਼ਾਹ ਜੀ? ਕੇਸ਼ਵ ਤੇ ਸ਼ਬਦ ਕਿਹਦੇ ਲਈ ਵਰਤਿਆ ਜਾ ਰਿਹਾ? ਮਾਲਕ ਲਈ, ਪਰਮੇਸ਼ਰ ਲਈ। ਕੇਸ਼ਵ ਤੋਂ ਭਾਵ ਕੇਸਾਂ ਵਾਲਾ, ਜਿਹਦੇ ਕੇਸ ਨੇ। ਇਹਦਾ ਮਤਲਬ ਇਹ ਹੋਇਆ ਕਿ ਗੁਰੂ ਸਾਹਿਬ ਵੀ ਜਾਣਦੇ ਨੇ ਕਿ ਰੱਬ ਦੇ ਜੇ ਉਹਦਾ ਸਰੂਪ ਹੁੰਦਾ ਤੇ ਕੇਸ ਹੋਣੇ ਸੀ, ਕਿ ਸੋਹਣੀ ਸੂਰਤ ਕੇਸਾਂ ਵਾਲੀ ਹੈ। ਤੇ ਜੇ ਕੋਈ ਕਟਾ ਲੈਂਦਾ, ਜੇ ਕੋਈ ਸ਼ੇਰ ਦੇ ਵਾਲ ਮੁੰਨਦਾ, ਕਿਵੇਂ ਦਾ ਲੱਗੇਗਾ? ਭੇਡ ਨਾਲੋਂ ਗਿਆ ਗੁਜ਼ਰਿਆ ਲੱਗੂਗਾ। ਭੇਡ ਤਾਂ ਫਿਰ ਵੀ ਆਪਣੇ ਤੇ ਜੱਤ ਰੱਖਦੇ, ਉਹ ਵੀ ਛੇਤੀ ਕਟਾਉਂਦੇ ਹੀ ਨਹੀਂ ਗੀ, ਉਹ ਵੀ ਕਹਿੰਦੇ ਕਿ ਢਾਹ ਢੂ ਕੇ ਫਿਰ ਮੁੰਨਦੇ ਆ। ਪਰ ਜੇ ਸ਼ੇਰ ਕਟਾ ਲਏ ਕਿਵੇਂ ਦਾ ਲੱਗੇਗਾ? ਲੱਗਣਾ ਹੀ ਨਹੀਂ ਕਿ ਹੈ ਸ਼ੇਰ, ਪਤਾ ਨਹੀਂ ਕਿਹੜਾ ਜਾਨਵਰ ਕੀ ਬਣਿਆ ਫਿਰਦਾ। ਇਹ ਹਾਲਤ ਸਾਡੀ ਹੈ। ਅਸੀਂ ਚੱਲ ਪਏ ਉਧਰਲੇ ਪਾਸੇ ਨੂੰ, ਪਰ ਅਸੀਂ ਬਾਣੀ ਨਹੀਂ ਸਮਝੀ। ਪਿਛਲੇ ਦਿਨੀ ਜਿਹੜੀ ਹੈ ਇਸ ਵਿਸ਼ੇ 'ਤੇ ਵਿਚਾਰ ਵੀ ਹੋ ਰਹੀ ਸੀ ਕਿਸੇ ਵੀਰ ਦੇ ਨਾਲ, ਇੰਟਰਨੈਟ ਦੇ ਮਾਧਿਅਮ ਰਾਹੀਂ। ਕਹਿ ਰਹੇ ਸੀ ਕਟਾ ਲਓ ਜਾਂ ਰੱਖ ਲਓ, ਇਹਦੇ ਨਾਲ ਰੱਬ ਦਾ ਕੋਈ ਸੰਬੰਧ ਨਹੀਂ ਹੈ। ਮੈਂ ਕਿਹਾ ਫਿਰ ਰੱਬ ਨੇ ਦਿੱਤੇ ਕਿਉਂ, ਵਾਧੇ ਕਿਉਂ ਕੇਸ? ਰੱਬ ਦੀ ਰਜ਼ਾ ਹੈ ਕਿ ਤੈਨੂੰ ਕੇਸ ਦੇ ਰਿਹਾ ਉਹ। ਫਿਰ ਜੇ ਤੂੰ ਉਹਦੀ ਰਜ਼ਾ ਮੰਨ ਹੀ ਨਹੀਂ ਰਿਹਾ, ਫਿਰ ਪ੍ਰਾਪਤੀ ਜਿਹੜੀ ਗੱਲ ਤਾਂ ਦੂਰ ਹੈ। ਇੱਕ ਪੰਕਤੀ ਹੋਰ ਵੀ ਆਉਂਦੀ ਹੈ ਮਗਰ ਭਗਤ ਸਾਹਿਬਾਨ ਜੀ ਨੇ, ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ। ਕਿ ਮਨ ਤੂੰ ਮੁੰਨਿਆ ਨਹੀਂ ਤੇ ਕੇਸ ਮਨਾਉਣ ਬਹਿ ਗਿਆ, ਕਿ ਹੋ ਗਈ ਨਾਲ ਗੱਲ। ਤੇ ਮਨ ਨੂੰ ਮੁੰਨਣ ਦੀ ਸੀ ਤੇ ਤੂੰ ਕੇਸ ਮੁੰਨੀ ਫਿਰਦਾ। ਕਿਉਂਕਿ ਸਮਾਜ ਵਿੱਚ ਕਹਿ ਲਈਏ ਜਾਂ ਬਹੁਤੀ ਤਰ੍ਹਾਂ ਗੱਲ ਕਰ ਰਹੀ ਹੈ ਕਿ ਕਿਸੇ ਵੀ ਧਰਮ ਵਿੱਚ ਕੀ ਹੈ, ਬਹੁਤੀ ਵਾਰ ਕੇਸ ਜਿਹੜੇ ਉਹ ਕੱਟੇ ਜਾਂਦੇ। ਪਰ ਜਿੰਨੇ ਵੀ ਕਿਸੇ ਵੀ ਧਰਮ ਦੇ ਮੋਢੀ ਹੋਏ ਹੈ, ਸਾਰਿਆਂ ਦੇ ਕੇਸ ਸਾਬਤ ਸੂਰਤ ਸੀ। ਭਾਵੇਂ ਉਹ ਯਹੂਦੀ ਮਤ ਦੇ ਮੋਢੀ ਹੋਏ ਹੈ, ਭਾਵੇਂ ਉਹ ਈਸਾਈ ਮਤ ਦੇ ਮੋਢੀ ਹੋਏ ਹੈ ਈਸਾ ਜੀ, ਭਾਵੇਂ ਇਸਲਾਮ ਮਤ ਦੇ ਮੋਢੀ ਮੁਹੰਮਦ ਸਾਹਿਬ ਹੋਏ ਹੈ, ਉਹਨਾਂ ਦੇ ਵੀ ਕੇਸ ਸਨ। ਹੋਰ ਜਿੰਨੇ ਵੀ ਦੇਵੀ ਦੇਵਤੇ ਆਦਿ ਆਖੇ ਜਾਂਦੇ ਆ, ਸਾਰਿਆਂ ਦੇ ਕੇਸ ਸੀ। ਭਾਵੇਂ ਅੱਜ ਦੇਖਿਓ ਕਿ ਸੋਸ਼ਲ ਮੀਡੀਆ ਦੇ ਜਾਂ TV ਦੇ ਮਾਧਿਅਮ ਰਾਹੀਂ ਬਹੁਤ ਸਾਰੀਆਂ ਕਥਾਵਾਂ ਚੱਲਦੀਆਂ ਨੇ। ਭਾਵੇਂ ਉਹ ਕੋਈ ਰਮਾਇਣ ਦੇਖ ਲਓ ਜਾਂ ਹੋਰ ਜਿਹੜਾ ਕੁਝ ਦੇਖ ਲਓ, ਉਹਦੇ ਵਿੱਚ ਕੇਸ ਹੁੰਦੇ ਹੀ ਹੁੰਦੇ ਆ। ਪਰ ਉਹ ਗੱਲ ਵੱਖਰੀ ਕਿ ਮੂੰਹ ਦੇ ਕੱਟੇ ਹੁੰਦੇ, ਉਹ ਆਪਣੇ ਤਰੀਕੇ ਨਾਲ ਪੇਸ਼ਕਾਰੀ ਕੀਤੀ ਹੈ ਨਾ, ਕਿਉਂਕਿ ਸੀਰੀਅਲ ਚਲਾਉਣੇ ਵੀ ਤਾਂ ਹੁੰਦੇ ਆ ਨਾ ਸਮਾਜ ਦੇ ਹਿਸਾਬ ਦੇ ਨਾਲ। ਪਰ ਕੇਸ ਸਾਰਿਆਂ ਦੇ ਹੁੰਦੇ, ਕਦੇ ਧਿਆਨ ਨਾਲ ਵੇਖਿਓ। ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਉਹਨੂੰ ਵੇਖ ਕੇ ਉਹਨੂੰ ਕੁਝ ਇੱਦਾਂ ਦਾ ਸਿੱਖੀਏ ਜਾਂ ਕੀ ਹੈ, ਕੀ ਹੋ ਰਿਹਾ। ਆਪਾਂ ਕੁਝ ਚੀਜ਼ਾਂ ਸਿੱਖ ਵੀ ਸਕਦੇ ਹਾਂ। ਸਾਡੀ ਰਹਿਤ ਮੁਰਾਦ ਵਿੱਚ ਵੀ ਅੰਕਿਤ ਹੈ ਕਿ ਗੁਣ ਕਿਸੇ ਤੋਂ ਵੀ ਲਿਆ ਜਾ ਸਕਦਾ ਹੈ। ਗੁਣ ਕਿਤੋਂ ਵੀ, ਚੰਗੀ ਗੱਲ ਕਿਸੇ ਵੀ ਗ੍ਰੰਥ 'ਚੋਂ ਲੈ ਲਓ, ਜਿਹੜੀ ਗੱਲ ਚੰਗੀ ਹੈ ਉਹਨੂੰ ਕਿਤੋਂ ਵੀ ਧਾਰਨ ਕਰ ਲਓ, ਜਿਹੜਾ ਸਾਡੇ ਜੀਵਨ ਨੂੰ ਚੰਗਾ ਬਣਾਉਂਦੀ ਹੈ। ਇਸ ਕਰਕੇ ਹੁਣ ਕਿਤੇ ਨਹੀਂ ਲਿਖਿਆ ਕਿ ਕੇਸ ਕਟਾਉਣੇ ਚਾਹੀਦੇ, ਖਾਸ ਕਰਕੇ ਮਰਿਆਦਾ ਦੇ ਵਿੱਚ, ਕਿ ਕੇਸ ਨਹੀਂ ਕਟਾਉਣੇ ਸਿੱਖ ਨੇ। ਜਿਵੇਂ ਦੇ ਜਨਮ ਸਮੇਂ ਤੋਂ ਜਿਵੇਂ ਦੇ ਬੱਚੇ ਦੇ ਕੇਸ ਆ, ਜਿਉਂਦੇ ਤਿਉਂ ਰੱਖਣੇ, ਸਾਬਤ ਸੂਰਤ ਰੱਖਣੇ। ਇਹ ਨਹੀਂ ਕਿ ਪਹਿਲੇ ਕੋਈ ਪ੍ਰੋਬਲਮ ਕਟਾ ਦਿਓ ਜਿੱਦਾਂ। ਉਹ ਤਾਂ ਸਾਡੀਆਂ ਪ੍ਰੋਬਲਮ ਆ ਕਿ ਅਸੀਂ ਕੁਛ ਉਵੇਂ ਦਾ ਸੋਚ ਲੈਂਦੇ ਹਾਂ ਤੇ ਫਿਰ ਅਸੀਂ ਕਈ ਕੁਝ ਹੀ ਗਾਂਹ ਸੋਚ ਲੈਂਦੇ ਹਾਂ।
ਭਰੋਸਾ ਨਹੀਂ ਨਾ ਹੁੰਦਾ। ਫਿਰ ਸਾਨੂੰ ਭਰੋਸਾ ਸਾਨੂੰ ਵਹਿਮਾਂ ਭਰਮਾਂ 'ਤੇ ਹੋ ਜਾਂਦਾ ਹੈ ਕਿ ਆਹ ਇੱਦਾਂ ਨਹੀਂ ਕੀਤਾ ਸੀ, ਐਂ ਹੋ ਗਿਆ, ਐਂ ਹੋ ਗਿਆ। ਖੈਰ ਪਾਤਸ਼ਾਹ ਜੀ ਰਹਿਮਤ ਕਰਨ। ਕੀ ਹੈ ਕੇਸਵ, ਪਰ ਇਹ ਕੀ ਹੈ, ਅਸੀਂ ਨਾ ਤੇ ਆਪ ਸਮਝ ਸਕੇ ਅਤੇ ਨਾ ਆਪਣੇ ਬੱਚਿਆਂ ਨੂੰ ਸਮਝਾ ਸਕੇ ਕਿ ਕੇਸ ਜ਼ਰੂਰੀ ਹੈ। ਬਸ ਜਿਵੇਂ ਫੜੋ ਤੜੀ ਲੱਗੇ ਹੋਏ ਝੱਟ ਕਟਾ ਦਿਓ। ਮਾਵਾਂ ਜਿਹੜੀਆਂ ਕਹਿੰਦੇ ਕਿ ਮੈਥੋਂ ਤਾਂ ਵਾਏ ਨਹੀਂ ਜਾਂਦੇ, ਛੇਤੀ ਤਿਆਰ ਨਹੀਂ ਹੁੰਦਾ ਬੱਚਾ, ਕੋਈ ਗੱਲ ਨਹੀਂ ਕਟਾ ਦਿਓ। ਹੁੰਦਾ ਹੈ ਨਾ ਕਈ ਵਾਰ ਬੱਚਾ ਹੀ ਇੰਨੀ ਜਿੱਦ ਕਰ ਲੈਂਦਾ ਹੈ ਕਿ ਮਾਂ ਪਿਓ ਨੂੰ ਉਹਦੀ ਮੰਨਣੀ ਪੈਂਦੀ ਹੈ। ਪਰ ਪੁਰਾਣੇ ਸਮੇਂ ਦੇ ਵਿੱਚ ਵੀ ਬੜੇ ਜਣੇ ਜਿੱਦ ਕਰਦੇ ਸੀਗੇ, ਪਰ ਉਦੋਂ ਪੈਰ ਦਾ ਨੰਬਰ ਬਹੁਤ ਵੱਡਾ ਹੁੰਦਾ ਸੀ ਪਿਓਾਂ ਦਾ। ਆਪਣੇ ਆਪ ਸਾਰਿਆਂ ਰੋਗਾਂ ਦੀ ਇੱਕੋ ਹੀ ਦਵਾਈ ਹੁੰਦੀ ਸੀ। ਅੱਜ ਇਹ ਚੀਜ਼ ਦਾ ਕਾਫੀ ਫਰਕ ਪਿਆ ਕਿ ਸ਼ੁਰੂ ਤੋਂ ਜੇਕਰ ਅਸੀਂ ਬੱਚਿਆਂ ਨੂੰ ਬੜੇ ਤਰੀਕੇ ਨਾਲ ਸਮਝਾ ਕੇ ਰੱਖਾਂਗੇ ਤੇ ਫਿਰ ਕੀ ਉਹ ਸਮਝ ਵੀ ਜਾਣਗੇ। ਤੇ ਜੇ ਲਿਪਾ ਪੋਚੀ ਕਰਦੇ ਰਹਿਣਾ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸਾਨੂੰ ਉਹਨਾਂ ਦਾ ਕੀ ਹੈ, ਕਈ ਵਾਰ ਫਲ ਭੁਗਤਣਾ ਪੈਂਦਾ ਹੈ। ਇਹ ਨਹੀਂ ਹੈ ਮੈਂ ਕਹਿੰਦਾ ਕਿ ਬੱਚਿਆਂ ਨੂੰ ਮਾਰੋ ਕੁੱਟੋ, ਪਰ ਹਰ ਵਾਰ ਜੇਕਰ ਬੱਚੇ ਦੀ ਗੱਲ ਪਗਾਉਂਦੇ ਜਾਵਾਂਗੇ ਤੇ ਉਹ ਕੀ ਹੈ, ਉਹ ਓਨਾ ਹੀ ਜ਼ਿਆਦਾ ਉਹਦੀ ਤ੍ਰਿਸ਼ਨਾ ਹੈ ਜਾਂ ਅਗਾਂਹ ਵੱਧਦੀ ਜਾਂਦੀ ਕਿ ਮੇਰੀ ਤਾਂ ਕਈ ਪੂਰੀ ਹੋ ਜਾਂਦੀ, ਮੈਂ ਰੋ ਕੇ ਮਾੜਾ ਜਿਹਾ ਵਿਖਾ ਦਿੰਦਾ ਤੇ ਮੇਰੇ ਮਾਂ ਪਿਓ ਪੂਰੀ ਕਰ ਦਿੰਦੇ। ਜਦੋਂ ਹਰ ਵਾਰ ਪੂਰੀ ਕਰਾਂਗੇ ਉਦੋਂ ਕੀ ਹੁੰਦਾ ਹੈ, ਕਈ ਵਾਰ ਨਤੀਜੇ ਜਿਹੜੇ ਨੇ ਉਹ ਦੂਜੇ ਪਾਸੇ ਵੀ ਚਲੇ ਜਾਂਦੇ ਆ। ਆਮ ਤੌਰ 'ਤੇ ਆਪਾਂ ਹੋਰ ਗੱਲ ਕਰਦੇ ਹੈਗੇ, ਸਕੂਲ ਦੇ ਵਿੱਚ ਆਪਾਂ ਸਾਰੇ ਪੜ੍ਹੇ, ਕਦੇ ਪਿਓ ਇਹ ਨਹੀਂ ਕਹਿੰਦੇ ਹੁੰਦੇ ਸੀ ਕਿ ਤੈਨੂੰ 76 ਪਏ ਜਾਂ ਕਿਉਂ ਪਏ, ਸਗੋਂ ਇਹ ਕਹਿੰਦੇ ਹੁੰਦੇ ਸੀਗੇ ਕਿ ਬੰਦਾ ਬਣਾ ਦਿਓ ਚੰਗੀ ਤਰ੍ਹਾਂ। ਹੁੰਦਾ ਸੀ ਨਾ ਲਗਭਗ, ਕਿ ਮੈਨੂੰ ਬਾਕੀਆਂ ਦਾ ਨਹੀਂ ਪਤਾ, ਮੇਰਾ ਤੇ ਪਿਓ ਜ਼ਰੂਰ ਆਖ ਕੇ ਆਉਂਦਾ ਕਿ ਇਹ ਤੁਹਾਡਾ ਆ, ਮੈਨੂੰ ਨਹੀਂ ਪੁੱਛਣਾ, ਚੰਗੀ ਤਰ੍ਹਾਂ ਫੈਂਟਦਾ ਕਰੋ ਜੇ ਗਲਤੀ ਹੋਵੇ ਤਾਂ। ਪਰ ਮਾਲਕ ਦੀ ਰਹਿਮਤ ਸੀ, ਡਰ ਹੀ ਇੰਨਾ ਪੈ ਗਿਆ ਕਿ ਪੈਣਗੀਆਂ, ਰਸਤੇ 'ਤੇ ਰਹੇ। ਹੋ ਗਿਆ ਨਾ। ਅੱਜ ਜੇ ਕੋਈ ਸਕੂਲ ਦੇ ਵਿੱਚ ਬੱਚੇ ਨੂੰ ਹੱਥ ਵੀ ਲਾ ਦੇ ਤੇ ਮਾਂ ਪਿਓ ਪਹੁੰਚ ਜਾਂਦੇ, ਸਾਡੇ ਬੱਚੇ ਨੂੰ ਕੁਛ ਨਹੀਂ ਆਖਣਾ। ਹੋ ਗਿਆ ਨਾ। ਅਸੀਂ ਬੱਚਿਆਂ ਨੂੰ ਜੀਵਨ ਜਾਚ ਨਹੀਂ ਸਿਖਾ ਰਹੇ, ਉਹਨਾਂ ਨੂੰ ਮਸ਼ੀਨਾਂ ਬਣਾ ਰਹੇ ਹਾਂ ਕਿ ਬਸ ਪੜ੍ਹੀ ਚੱਲੋ, ਦਵਾ ਦਵਾ ਦੌੜੀ ਚੱਲੋ, ਆਸੇ ਪਾਸੇ ਦੇਖਦੇ ਨਹੀਂ ਕੀ ਹੋ ਰਿਹਾ ਹੈ। ਜੀਵਨ ਜਿਉਣਾ ਦੂਰ ਹੋ ਗਿਆ ਹੈ। ਇੱਕ ਦੌੜ ਜੀ ਲੱਗ ਗਈ ਬਸ ਕਿ ਦੌੜੀ ਚੱਲੋ, ਦਵਾ ਦਵ ਦੌੜੀ ਚੱਲੋ, ਵੇਖੋ ਨਾ ਆਸੇ ਪਾਸੇ ਕਿ ਦੌੜੀ ਚੱਲੋ। ਖੈਰ ਪਾਤਸ਼ਾਹ ਜੀ ਰਹਿਮਤ ਕਰਨ। ਇਹ ਵੀ ਇੱਕ ਕਾਰਨ ਹੈ ਕਿ ਬੱਚੇ ਆਪਣੇ ਸਿਰ ਦੇ ਕੇਸ ਸੰਭਾਲ ਨਹੀਂ ਸਕਦੇ। ਕਹਿ ਦਿੰਦੇ ਨੇ ਕਿ ਯਾਰ ਬੜੇ ਵੱਡੇ ਕੇਸ ਹੋ ਗਏ, ਕੇਸ ਬਹੁਤ ਭਾਰੇ ਸੀ ਜੀ, ਡਾਕਟਰ ਨੇ ਸਲਾਹ ਦਿੱਤੀ ਹੈ ਕਟਾ ਦਿਓ। ਭਾਈ ਬੱਚੇ ਨੂੰ ਇੰਨਾ ਸਟਰੋਂਗ ਤੁਸੀਂ ਬਣਾ ਦਿਓ ਕਿ ਆਪਣੀ ਕੇਅਰ ਆਪ ਕਰਿਓ। ਕਿਵੇਂ ਹੋ ਸਕਦਾ ਕਿ ਸਾਡੇ ਆਪਣੀਆਂ ਕਦੇ ਬਾਹਾਂ ਜਾਂ ਸਾਡੀਆਂ ਲੱਤਾਂ ਸਾਡੇ ਵਾਸਤੇ ਬਣੀਆਂ ਕਿ ਇਹ ਬਾਹਲੀਆਂ ਵੱਡੀਆਂ ਹੋ ਗਈਆਂ ਜੀ, ਕਟਾ ਦਿਓ ਇਹਨਾਂ ਨੂੰ। ਕੇਸਾਂ 'ਤੇ ਜਾ ਕੇ ਗੱਲ ਖੜਦੀ ਹੈ। ਹੁੰਦਾ ਹੈ ਨਾ। ਭਾਵੇਂ ਕਿਸੇ ਦਾ ਕੋਈ ਇੱਕ ਅੰਗ ਪੈਰ ਜਮਾਂਦਰੂ ਹੀ ਖਲੋਤਾ ਹੋਵੇ ਕਿ ਕੋਈ ਕਟਾ ਦਿੰਦਾ ਵੀ ਹਾਂ ਵੀ ਇਹਦਾ ਲੱਤ ਪੈਰ ਕੰਮ ਨਹੀਂ ਕਰਦਾ ਜੀ, ਵੱਢ ਦਿਓ, ਇਹਦਾ ਕੋਈ ਫਾਇਦਾ ਨਹੀਂ। ਵੱਢਦਾ ਕੋਈ? ਚੰਗੇ ਭਲੇ ਕੇਸ ਹੁੰਦੇ ਆ ਕਿ ਨਹੀਂ ਇਹ ਨਹੀਂ ਸਮਝਦੇ, ਕਟਾਈਏ ਪਰ। ਪਾਤਸ਼ਾਹ ਜੀ ਰਹਿਮਤ ਕਰਨ। ਕਹਿਣ ਤੋਂ ਭਾਵ ਹੈ, ਸਤਿਗੁਰੂ ਜੀ ਸਮਝਾ ਰਹੇ ਹੈ ਕਿ ਮਾਲਕ ਕੀ ਹੈ, ਕੇਸਾਂ ਵਾਲਾ ਹੈ, ਕੇਸਵ ਹੈ, ਸੋਹਣੇ ਕੇਸਾਂ ਵਾਲਾ ਹੈ। ਉਹ ਨਿਰਹਾਰੀ, ਨਿਰ ਆਹਾਰੀ। ਕੀ ਅਰਥ ਹੋ ਗਿਆ ਜੀ? ਨਿਰ ਆਹਾਰ, ਅੰਨ ਨਾ ਖਾਣ ਵਾਲਾ, ਆਹਰ ਨਾ ਖਾਣ ਵਾਲਾ, ਆਹਰ ਤੋਂ ਬਿਨਾਂ। ਕਿ ਭਾਵੇਂ ਉਹ ਸਾਰਿਆਂ ਦੇ ਅੰਦਰ ਬੈਠਾ ਭੋਗਦਾ ਵੀ ਹੈ, ਪਰ ਜੇ ਕੋਈ ਆਖੇ ਕਿ ਉਹ ਇੱਕ ਵਿਸ਼ੇਸ਼ ਉਹਦਾ ਰੂਪ ਹੈ ਤੇ ਉਹ ਖਾਂਦਾ ਹੈ, ਉਹ ਐਸਾ ਨਹੀਂ ਹੈ। ਨਿਰ ਆਹਾਰੀ ਹੈ। ਨਿਰਹਾਰੀ ਇੱਥੇ ਸ਼ਬਦ ਸਤਿਗੁਰੂ ਜੀ ਨੇ ਵਰਤਿਆ ਹੈ, ਭਾਵ ਉਸ ਨੂੰ ਕਿਸੇ ਖੁਰਾਕ ਦੀ ਲੋੜ ਨਹੀਂ ਹੈ। ਅਤੇ ਨਿਰਵੈਰਾ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ, ਵੈਰ ਨਹੀਂ ਰੱਖਦਾ। ਕੋਟ ਜਨਾ ਜਾ ਕੇ ਪੂਜੈ ਪੈਰਾ, ਕਿ ਕਰੋੜਾਂ ਹੀ ਸੇਵਕ ਜਿਸ ਦੇ ਪੈਰ ਪੂਜਦੇ ਹੈ। ਹਮੇਸ਼ਾ ਆਪਾਂ ਇਹੀ ਅਰਦਾਸ ਕਰਦੇ ਹਾਂ, ਮਾਲਕ ਜੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ, ਮਾਲਕ ਜੀ ਆਪਣੇ ਚਰਨਾਂ ਦੇ ਵਿੱਚ ਜੋੜ ਕੇ ਰੱਖਿਓ। ਇਹੀ ਗੱਲ ਕਹਿੰਦੇ ਆ ਨਾ। ਕਹਿਣ ਤੋਂ ਭਾਵ ਕਿ ਸਾਰੇ ਸੇਵਕ ਹੀ ਉਸ ਮਾਲਕ ਦੇ ਚਰਨ ਪੂਜਦੇ ਹਨ। ਗੁਰਮੁਖ ਹਿਰਦੈ ਜਾ ਕੈ ਹਰ ਹਰ,
सोई भगत एकाती जियो। सोई भगत एकाती जियो। एकाती भाव अनिन्न सेवक, पूर्ण सेवक है जिहड़ा कि गुरमुख हिरदै जाकै हर हर, कि गुरु दी राही जिस मनुख दे हिरदे विच ओ वस पैंदा है, ਉਹ ਮਨੁੱਖ ਅਨਿੰਨ ਸੇਵਕ ਭਗਤ ਬਣ ਜਾਂਦਾ ਹੈ। ਸੋਈ ਭਗਤ ਇਕਾਤੀ ਜੀਓ। ਭਗਤ ਦੇ ਤੱਤੇ ਨੂੰ ਔਂਕੜ ਹੈ ਕਿ ਜਿਹਦੇ ਹਿਰਦੇ ਵਿੱਚ ਵਸਦਾ ਹੈ ਉਹ ਮਨੁੱਖ ਹੀ ਉਹਦਾ ਅਨਿੰਨ ਸੇਵਕ ਬਣਦਾ ਹੈ। ਸੇਵਕ ਤਾਂ ਅਸੀਂ ਸਾਰੇ ਹੀ ਹਾਂ, ਮਾਲਕ ਦੇ ਸਿੱਖ ਹਾਂ ਸਾਰੇ, ਪਰ ਅਸਲ ਅਨਿੰਨ ਤੇ ਮਾਲਕ ਦੇ ਨੇੜੇ ਉਹ ਹੈ ਜਿਹੜਾ ਉਹਦੇ ਨੇੜੇ ਹੈ, ਪੂਰਨ ਤੌਰ 'ਤੇ ਅੰਦਰੋਂ ਨੇੜੇ। ਅਨਿੰਨ ਉਹੀ ਹੈ। ਇਤਿਹਾਸ ਦੇ ਵਿੱਚ ਆਪਾਂ ਬਹੁਤ ਸਾਰੇ ਸਿੱਖਾਂ ਵਾਸਤੇ ਨਾਂ ਵਰਤਣੇ ਕਿ ਗੁਰੂ ਦਾ ਅਨਿੰਨ ਸੇਵਕ ਸੀ, ਭਾਵ ਬਹੁਤ ਨੇੜੇ ਸੀ ਗੁਰੂ ਦੇ, ਹਰ ਪਲ ਚਰਨਾਂ ਦੇ ਵਿੱਚ ਹੀ ਉਹਦਾ ਧਿਆਨ ਰਹਿੰਦਾ ਸੀ। ਅਮੋਘ ਦਰਸ਼ਨ ਬੇਅੰਤ ਅਪਾਰਾ, ਵੱਡ ਸਮਰੱਥ ਸਦਾ ਦਾਤਾਰਾ। ਅਮੋਘ ਭਾਵ ਨਾ ਖੁੰਝਣ ਵਾਲਾ, ਭਾਵ ਉਹ ਹਰ ਇੱਕ ਨੂੰ ਫਲ ਦੇਣ ਵਾਲਾ ਹੈ ਕਿ ਜਿਹੜਾ ਵੀ ਪੂਰਨ ਸ਼ਰਧਾ ਧਾਰ ਕੇ ਮਾਲਕ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਜਾਂ ਕਰਮ ਕਰਦਾ ਹੈ ਉਹਨੂੰ ਉਹ ਫਲ ਜ਼ਰੂਰ ਦਿੰਦਾ ਹੈ। ਅਮੋਘ ਕਦੇ ਵੀ ਕਹਿਣ ਤੋਂ ਭਾਵ ਹੈ ਕਿ ਉਹ ਖੁੰਝਦਾ ਨਹੀਂ ਹੈ। ਉਹਦਾ ਹੁਕਮ ਹੈ ਕਿ ਜਿਹੋ ਜਿਹਾ ਕੋਈ ਕਰਦਾ ਹੈ ਉਹੋ ਜਿਹਾ ਉਹ ਭਰਦਾ ਹੈ। ਅਮੋਘ ਦਰਸ਼ਨ ਬੇਅੰਤ ਅਪਾਰਾ, ਉਹ ਪਰਮਾਤਮਾ ਦਾ ਦਰਸ਼ਨ ਮਨ ਇੱਛਤ ਫਲ ਦਿੰਦਾ ਹੈ ਕਿ ਜਿਹੜਾ ਉਹਦੇ ਦਰਸ਼ਨ ਕਰ ਲੈਂਦਾ ਫਿਰ ਉਹਨੂੰ ਮਨ ਇੱਛੇ ਫਲ ਮਿਲਦੇ ਨੇ। ਬੇਅੰਤ ਭਾਵ ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਅਪਾਰਾ ਤੋਂ ਭਾਵ ਉਸ ਦੀ ਹਸਤੀ ਦਾ ਕੋਈ ਪਾਰ ਨਹੀਂ ਹੈ, ਭਾਵ ਉਹਦਾ ਪਾਰਲਾ ਬੰਨਾ ਜਿਹੜਾ ਨਹੀਂ ਲੱਭ ਸਕਦਾ ਹੈ। ਵੱਡ ਸਮਰੱਥ ਸਦਾ ਦਾਤਾਰਾ, ਦਤਾਰਾ ਨਹੀਂ ਹੈ, ਕੰਨਾ ਹੈ ਦੱਦੇ ਨੂੰ ਵੀ, ਦਾਤਾਰਾ। ਉਹ ਵੱਡਾ ਸਮਰੱਥ ਹੈ, ਭਾਵ ਵੱਡੀਆਂ ਤਾਕਤਾਂ ਵਾਲਾ ਹੈ। ਉਹ ਸਦਾ ਹੀ ਦਾਤਾਂ ਦਿੰਦਾ ਰਹਿੰਦਾ ਹੈ। ਗੁਰਮੁਖ ਨਾਮ ਜਪੀਐ ਤਿਤ ਤਰੀਐ, ਗਤ ਨਾਨਕ ਵਿਰਲੀ ਜਾਤੀ ਜਿਉ। ਗੁਰਮੁਖ ਨਾਮ ਜਪੀਐ, ਗੁਰੂ ਦੀ ਸ਼ਰਨ ਪੈ ਕੇ ਜੇ ਉਸ ਦਾ ਨਾਮ ਜਪੀਏ ਤਿਤ ਧਰੀਏ ਤਾਂ ਉਸ ਨਾਮ ਦੀ ਬਰਕਤ ਨਾਲ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ, ਪਾਰ ਲੰਘ ਜਾਈਦਾ ਹੈ। ਅਤੇ ਪਰ ਗਤ ਨਾਨਕ ਵਿਰਲੀ ਜਾਤੀ ਜੀਓ, ਕਿ ਹੇ ਨਾਨਕ ਇਹ ਗਤ ਤੋਂ ਭਾਵ ਉੱਚੀ ਆਤਮਿਕ ਅਵਸਥਾ, ਕਿ ਇਹ ਉੱਚੀ ਆਤਮਿਕ ਅਵਸਥਾ ਵਿਰਲਿਆਂ ਨੇ ਹੀ ਸਮਝੀ ਹੈ। ਗਤ ਨਾਨਕ ਵਿਰਲੀ ਜਾਤੀ ਜੀਓ, ਕਿ ਵਿਰਲਿਆਂ ਨੇ ਹੀ ਜਿਹੜੀ ਹੈ ਉਹ ਸਮਝੀ ਹੈ। ਇਹਨੂੰ ਨਾਸਕੀ ਉਚਾਰਨ ਜਿਹੜਾ ਹੈ ਉਹ ਆਪਾਂ ਕਰਾਂਗੇ ਵਿਰਲੀ, ਭਾਵ ਵਿਰਲਿਆਂ ਨੇ, ਵਿਰਲਾ ਵਿਰਲਾ ਹੀ ਹੈ ਕੋਈ, ਉਸ ਨੇ ਜਿਹੜੀ ਇਹ ਜਾਣੀ ਹੈ। ਮਾਝ ਮਹਿਲਾ ਪੰਜਵਾਂ, ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਅਨਾਥਾਂ ਤੇਰਾ ਮਾਣਾ। ਕਹਿਆ ਕਰਨਾ ਦਿੱਤਾ ਲੈਣਾ, ਭਾਵ ਕਹਿਆ ਤੋਂ ਭਾਵ ਆਖਿਆ ਹੋਇਆ ਹੈ, ਆਖਿਆ ਹੋਇਆ ਬਚਨ ਹੁਕਮ, ਕਿ ਹੇ ਪ੍ਰਭੂ ਜੀ ਜੋ ਕੁਝ ਤੂੰ ਹੁਕਮ ਕਰਦਾ ਹੈ, ਭਾਵ ਜੋ ਕੁਝ ਤੂੰ ਆਖਦਾ ਹੈ, ਜਿਹੜਾ ਬਚਨ ਤੂੰ ਕਰਦਾ ਹੈ ਉਹੀ ਜੀਵ ਕਰਦੇ ਹਨ, ਕਰਨਾ ਉਹੀ ਜੀਵ ਕਰਦੇ ਨੇ। ਅਤੇ ਦਿੱਤਾ ਲੈਣਾ, ਜੋ ਕੁਝ ਤੂੰ ਦਿੰਦਾ ਹੈ
ਲੈਣਾ ਉਹੀ ਜੀਵ ਪ੍ਰਾਪਤ ਕਰਦੇ ਹਨ, ਲੈਂਦੇ ਹਨ। ਵੇਖੋ ਸ਼ਬਦ ਕਿੰਨਾ ਛੋਟਾ ਹੈ ਤੇ ਰਹਿਮਤ ਮਾਲਕ ਨੇ ਕਿੰਨੀ ਵੱਡੀ ਕੀਤੀ ਹੈ ਨਾ। ਕਹਿਆ ਭਾਵ ਜੋ ਤੂੰ ਹੁਕਮ ਕਰਦਾ ਹੈ, ਜੋ ਤੂੰ ਬਚਨ ਕਰਦਾ ਹੈ, ਕਰਨਾ ਉਹੀ ਜੀਵ ਕਰਦੇ ਹੈ। ਦਿੱਤਾ ਜੋ ਤੂੰ ਦਿੰਦਾ ਹੈ, ਲੈਣਾ ਜੀਵ ਉਹੀ ਲੈਂਦੇ ਹੈ। ਵੇਖੋ ਰਹਿਮਤ ਪਾਤਸ਼ਾਹ ਦੀ। ਕੋਈ ਐਸਾ ਕਵੀ ਹੈ ਸੰਸਾਰ 'ਚ ਜਿਹੜੀ ਇੱਦਾਂ ਦੀ ਰਚਨਾ ਕਰ ਲਊਗਾ ਕਿ ਇੱਕ ਛੋਟੇ ਜਿਹੇ ਸ਼ਬਦ ਨਾਲ ਸਾਰਾ ਜੀਵਨ ਹੀ ਸਮਝਾ ਦਿੰਦੇ ਪਾਤਸ਼ਾਹ ਜੀ। ਐਨ ਬਿਲਕੁਲ ਕੁੱਜੇ 'ਚ ਸਮੁੰਦਰ ਵਾਲੀ ਗੱਲ। ਕੀ ਇਹ ਹੈ? ਇਹਨੂੰ ਕਹਿੰਦੇ ਕੁੱਜੇ 'ਚ ਸਮੁੰਦਰ ਬੰਦ ਕਰ ਦੇਣਾ। ਗਰੀਬਾਂ ਅਨਾਥਾਂ ਤੇਰਾ ਮਾਣਾ। ਮਾਣਾ ਤੋਂ ਭਾਵ ਆਪਾਂ ਕਹਿੰਦੇ ਕਿ ਫਲਾਣੇ ਤੇ ਮੈਨੂੰ ਬੜਾ ਮਾਣ ਹੈ, ਜਾਂ ਕਹਿ ਦਈਏ ਕਿ ਮੈਨੂੰ ਉਹਦਾ ਹੀ ਮਾਣ ਹੈ, ਜਾਂ ਕਹਿ ਦਈਏ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਹੀ ਮਾਣ ਹੈ। ਆਸਰਾ ਕਿ ਮੈਨੂੰ ਉਹਦਾ ਹੀ ਆਸਰਾ ਹੈ। ਗਰੀਬਾਂ ਅਨਾਥਾਂ ਤੇਰਾ ਮਾਣਾ ਕਿ ਗਰੀਬਾਂ ਤੇ ਅਨਾਥ ਜੀਵਾਂ ਨੂੰ ਤੇਰਾ ਹੀ ਆਸਰਾ ਹੈ, ਸਹਾਰਾ ਹੈ। ਤੇਰਾ ਹੀ ਮਾਣ ਹੈ, ਬਸ ਹੋਰ ਕਿਸੇ ਤੇ ਮਾਣ ਨਹੀਂ ਕਰ ਸਕਦੇ। ਤੇਰੇ ਤੇ ਮਾਣ ਹੈ ਕਿ ਤੂੰ ਹੀ ਜਿਹੜਾ ਆਸਰਾ ਹੈ, ਤੂੰ ਹੀ ਕੁਝ ਕਰ ਸਕਦਾ ਹੈ ਜੇਕਰ ਸਾਡੇ ਤੇ ਕੋਈ ਬੁਰਾ ਵਕਤ ਵੀ ਬਣਦਾ ਹੈ। ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕਉ ਬਲ ਜਾਈ ਜੀਓ। ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਹੇ ਮੇਰੇ ਪਿਆਰੇ ਪ੍ਰਭੂ, ਜਗਤ ਵਿੱਚ ਸਭ ਕੁਝ ਤੂੰ ਹੀ ਕਰ ਰਿਹਾ ਹੈ, ਤੂੰ ਹੀ ਹੈ। ਸਭ ਦੇ ਅੰਦਰ ਵੀ ਤੂੰ ਹੈ ਤੇ ਕਰ ਵੀ ਸਭ ਕੁਝ ਤੂੰ ਹੀ ਰਿਹਾ ਹੈ। ਤੂੰ ਹੀ ਦੋ ਵਾਰ ਤੂੰ ਹੈ ਸ਼ਬਦ ਵਰਤਿਆ ਹੈ ਕਿ ਤੂੰ ਹੀ ਸਭ ਕੁਝ ਕਰ ਰਿਹਾ ਹੈ, ਤੂੰ ਹੀ ਕਰ ਰਿਹਾ ਹੈ। ਤੇਰੀ ਕੁਦਰਤ ਕਉ ਬਲ ਜਾਈ ਨਹੀਂ, ਜਾਈ ਨਾਸਕੀ ਉਚਾਰਨ ਹੈ ਕਿ ਮੈਂ ਸਦਕੇ ਜਾਂਦਾ ਹਾਂ, ਮੈਂ ਬਲ ਜਾਈ ਬਲਿਹਾਰ ਜਾਂਦਾ ਹਾਂ। ਮੈਂ ਤੇਰੀ ਸਮਰੱਥਾ ਤੋਂ, ਤੇਰੀ ਇਸ ਕੁਦਰਤ ਤੋਂ। ਕੁਦਰਤ ਦਾ ਅਰਥ ਸਮਰੱਥਾ ਹੁੰਦਾ ਹੈ। ਕੁਦਰਤ ਕਵਨ ਕਹਾਂ ਵਿਚਾਰ। ਉੱਥੇ ਕੀ ਅਰਥ ਹੈ? ਕੀ ਹੈ ਅਰਥ ਜੀ ਉੱਥੇ? ਸਮਰੱਥਾ, ਤਾਕਤ। ਕਿ ਤੇਰੀ ਸਮਰੱਥਾ ਤੋਂ ਮੈਂ ਕੀ ਹਾਂ? ਬਲਿਹਾਰ ਹਾਂ, ਸਦਕੇ ਜਾਂਦਾ ਹਾਂ। ਭਾਣੇ ਉਜੜ ਭਾਣੇ ਰਾਹਾ, ਭਾਣੇ ਹਰ ਗੁਣ ਗੁਰਮੁਖ ਗਾਵਾਹਾ। ਭਾਣੇ ਤੋਂ ਭਾਵ ਰਜ਼ਾ। ਭਾਣੇ ਕੀ ਅਰਥ ਹੋਊਗਾ? ਦਲਾਵਾਂ ਕੀ ਅਰਥ ਕਰਨਗੀਆਂ ਜੀ? ਹਾਂਜੀ, ਵਿੱਚ। ਆਪਾਂ ਕਈ ਵਾਰ ਸਾਂਝ ਕੀਤੀ ਕਿ ਦਲਾਵਾਂ ਵੀ ਵਿੱਚ ਦੇ ਅਰਥ ਕਰਦੀਆਂ ਨੇ ਕਈ ਵਾਰ ਪ੍ਰਕਰਨ ਦੇ ਵਿੱਚ ਆ ਕੇ। ਕਿ ਭਾਣੇ ਉਜੜ ਭਾਣੇ ਰਾਹਾ, ਕਿ ਪ੍ਰਮਾਤਮਾ ਦੀ ਰਜ਼ਾ ਵਿੱਚ ਹੀ ਜੀਵ ਜ਼ਿੰਦਗੀ ਦਾ ਗਲਤ ਰਸਤਾ ਫੜ ਲੈਂਦੇ ਆ, ਕਿ ਉਜੜਿਆ ਹੋਇਆ ਰਸਤਾ ਫੜ ਲੈਂਦੇ ਆ। ਉਜੜ ਭਾਣੇ ਉਜੜ ਕਿ ਉਜੜਦੇ ਹੈ, ਅਤੇ ਭਾਣੇ ਰਾਹਾ ਤੇ ਭਾਣੇ ਵਿੱਚ ਹੀ ਕਈ ਜੀਵ ਸਹੀ ਰਸਤਾ ਫੜ ਲੈਣ। ਭਾਣੇ ਉਜੜ ਭਾਣੇ ਰਾਹ ਕਿ ਉਹਦਾ ਭਾਣਾ ਹੈ। ਜਿਹੜੇ ਗਲਤ ਕਰਮ ਕਰਦੇ ਹੈ ਫਿਰ ਉਹ ਜ਼ਿੰਦਗੀ ਦਾ ਉਜਾੜ ਹੀ ਹਾਸਲ ਕਰਦੇ ਹੈ, ਤੇ ਜਿਹੜਾ ਚੰਗਾ ਰਸਤਾ ਫੜ ਲੈਂਦੇ ਹੈ ਉਹ ਕੀ ਹੈ? ਮਾਣ ਹਾਸਲ ਕਰਦੇ ਹੈ। ਭਾਣੇ ਹਰ ਗੁਣ ਗੁਰਮੁਖ ਗਾਵਾਹਾ, ਕਿ ਪ੍ਰਮਾਤਮਾ ਦੀ ਰਜ਼ਾ ਵਿੱਚ ਹੀ ਕਈ ਜੀਵ ਗੁਰੂ ਦੀ ਸ਼ਰਨ ਪੈ ਕੇ ਗੁਰਮੁਖ ਗਾਵਾਹਾ, ਕੀ ਗੁਣ ਹਰ ਗੁਣ, ਕਿ ਮਾਲਕ ਦੇ ਹਰੀ ਦੇ ਗੁਣ ਗਾਉਂਦੇ ਹਨ। ਭਾਣੇ ਭਰਮ ਭਵੈ ਬਹੁ ਜੂਨੀ, ਸਭ ਕਿਛ ਤਿਸੈ ਰਜ਼ਾਈ ਜੀਓ।
ਰਜਾਈ ਨਹੀਂ, ਰਜ਼ਾਈ। ਰਜਾ ਵਿੱਚ ਗੁਰਬਾਣੀ ਵਿੱਚ ਰਜਾਈ ਸ਼ਬਦ ਹੈ, ਮੇਰੇ ਧਿਆਨ ਵਿੱਚ ਨਹੀਂ ਹੈ ਕਿ ਕਿਤੇ ਵੀ ਆਵੇਗਾ, ਹੋ ਸਕਦਾ ਕਿਤੇ ਆ ਸਕਦਾ, ਆਪਾਂ ਵਿਚਾਰ ਕਰ ਲਵਾਂਗੇ। ਪਰ ਜਦੋਂ ਗੱਲ ਰਜ਼ਾ ਦੀ ਹੈ ਉਦੋਂ ਕੀ ਹੈ? ਰਜ਼ਾਈ। ਜੱਜੇ ਦੇ ਪੈਰ 'ਚ ਬਿੰਦੀ ਆਏਗੀ। ਰਜ਼ਾ ਆਖਦੇ ਨਾ ਆਪਾਂ, ਰਜਾ ਥੋੜ੍ਹਾ ਕਹਿੰਦੇ, ਰਜਾ ਰਜਾ ਨਹੀਂ ਕਹਿੰਦੇ ਆਪਾਂ, ਰਜ਼ਾ। ਹੋਰ ਜਪਜੀ ਸਾਹਿਬ 'ਚ ਕਿੱਥੇ ਸ਼ਬਦ ਆਉਂਦਾ ਹੈ? ਹੁਕਮ ਰਜ਼ਾਈ ਚੱਲਣਾ, ਉੱਥੇ ਰਜਾਈ ਨਹੀਂ ਹੈ, ਰਜ਼ਾਈ। ਖੈਰ ਪਾਤਸ਼ਾਹ ਜੀ ਰਹਿਮਤ ਕਰਨ। ਭਾਣੈ ਭਰਮ ਭਵੈ ਬਹੁ ਜੂਨੀ, ਕਿ ਪ੍ਰਭੂ ਦੀ ਰਜ਼ਾ ਅਨੁਸਾਰ ਹੀ ਜੀਵ ਮਾਇਆ ਦੇ ਮੋਹ ਦੀ ਭਟਕਣਾ ਵਿੱਚ ਫਸ ਕੇ ਅਨੇਕਾਂ ਜੂਨਾਂ ਵਿੱਚ ਫਿਰ ਕੀ ਹੈ? ਭਟਕਦਾ ਹੈ। ਅਤੇ ਸਭ ਕੁਛ ਤਿਸੈ ਰਜ਼ਾਈ ਜੀਓ, ਇਹ ਸਭ ਕੁਝ ਉਸ ਦੀ ਰਜ਼ਾ ਵਿੱਚ ਹੋ ਰਿਹਾ ਹੈ। ਇਹ ਉਹਦੀ ਰਜ਼ਾ ਹੈ ਕਿ ਜਿਹੜਾ ਮਾਇਆ ਦੇ ਮੋਹ ਵਿੱਚ ਪੈ ਜਾਂਦਾ ਹੈ, ਵਿਕਾਰਾਂ ਨਾਲ ਚਿੰਬੜਦਾ, ਫਿਰ ਉਹ ਭਟਕਦਾ ਹੈ। ਤੇ ਜਿਹੜਾ ਮਾਲਕ ਦੇ ਨਾਲ ਗੁਰਮੁਖ, ਮਾਲਕ ਦੇ ਗੁਰੂ ਦੀ ਸ਼ਰਨ ਪੈ ਕੇ ਮਾਲਕ ਦੇ ਗੁਣ ਗਾਉਂਦਾ, ਉਹ ਸਹੀ ਰਸਤੇ ਤੇ ਰਹਿੰਦਾ। ਆਪਾਂ ਕਈ ਵਾਰ ਉਦਾਹਰਨ ਸਾਂਝ ਕੀਤੀ ਹੈ ਕਿ ਜੇ ਆਪਾਂ ਇੱਥੋਂ ਕਿਸੇ ਦੂਜੇ ਸੈਕਟਰ ਵਿੱਚ ਜਾਣਾ ਹੋਏ ਤੇ ਜੇ ਆਪਾਂ ਸਿੱਧੇ ਰਸਤੇ ਦਾ ਨਹੀਂ ਪਤਾ ਆਪਾਂ ਨੂੰ ਕਿ ਆਹ ਰਸਤਾ ਉੱਥੇ ਜਾਂਦਾ, ਹੁਣ ਚੌਂਕ ਦੇ ਵਿੱਚ ਖਲੋਤੇ ਹੋਈਏ ਤੇ ਜੇ ਹੋਰ ਪਾਸੇ ਨੂੰ ਮੁੜ ਗਏ ਤੇ ਆਪਾਂ ਤਾਂ ਛੇਤੀ ਨਹੀਂ ਨਾ ਪਹੁੰਚ ਸਕਦੇ। ਕੀ ਹੁੰਦਾ? ਉਹ ਭਟਕਣਾ ਹੁੰਦੀ ਹੈ ਕਿ ਇੱਕ ਮੋੜ ਤੋਂ ਗੁੱਸੇ ਜਾਂ ਉਧਰ ਨੂੰ ਚਲੇ ਜਾਂਦੇ ਤੇ ਲੱਭ ਜਾਣਾ ਸੀ, ਪਰ ਨਾ ਪਤਾ ਹੋਣ ਕਰਕੇ ਹੋਰ ਪਾਸੇ ਘੁੰਮੀ ਜਾਂਦਾ, ਘੁੰਮਦਾ ਨਾ। ਚਲੋ ਆਪਾਂ ਤਾਂ ਲਗਭਗ ਸਾਰੇ ਇੱਥੇ ਰਹਿੰਦੇ, ਪਰ ਹੁਣ ਜਦੋਂ ਕੋਈ ਬਾਹਰ ਤੋਂ ਆ ਕੇ ਮਨੁੱਖ ਇੱਥੇ ਸੋਚਦਾ ਹੈ ਕਿ ਮੈਂ ਕੋਈ ਸੈਕਟਰ ਸੌਖਾ ਜਿਹਾ ਲੱਭ ਜਾਣਾ, ਸੈਕਟਰ ਦੇ ਵਿੱਚੋਂ ਘਰ ਲੱਭ ਲਾਂ, ਨਹੀਂ ਲੱਭਿਆ ਜਾਂਦਾ, ਕਿਉਂਕਿ ਗਿਆਨ ਨਹੀਂ ਹੁੰਦਾ। ਫਿਰ ਇਸ ਕਰਕੇ ਕੀ ਹੈ ਕਿ ਫਿਰ ਇਹ ਵੀ ਤਾਂ ਭਾਣਾ ਹੀ ਹੈ ਨਾ, ਕਿ ਫਿਰ ਭਟਕਿਆ ਹੋਇਆ ਭਟਕਦਾ ਰਹਿੰਦਾ, ਕਦੇ ਉੱਧਰ ਕਦੇ ਉੱਧਰ, ਪਤਾ ਹੁੰਦਾ ਨਹੀਂ ਕਿੱਧਰ ਦੀ ਜਾਣਾ, ਕਿੱਥੇ ਘਰ ਆ, ਕਿਹੜਾ ਸੈਕਟਰ ਆ, ਕਿਹੜਾ ਰਾਹ ਮੁੜਨਾ, ਕਿਹੜਾ ਮੋੜ ਮੁੜਨਾ, ਕਿਹੜੇ ਚੌਂਕ 'ਚੋਂ ਮੁੜਨਾ, ਨਹੀਂ ਨਾ ਪਤਾ ਹੁੰਦਾ। ਜਾਂ ਆਪਾਂ ਵੀ ਨਵੇਂ ਕੋਈ ਵੀ ਨਵਾਂ ਆਉਂਦਾ ਉਹਨੂੰ ਇਸੇ ਤਰ੍ਹਾਂ ਹੀ ਪ੍ਰੋਬਲਮ ਆਉਂਦੀ ਹੈ। ਇਵੇਂ ਮਾਲਕ ਦਾ ਦਰ ਹੈ ਕਿ ਜਿਹੜਾ ਫਿਰ ਇਹ ਮਾਇਆ ਦੇ ਪਦਾਰਥ ਵੇਖ ਕੇ ਡੋਲ ਜਾਂਦਾ ਹੈ ਨਾ, ਉਹ ਫਿਰ ਐਂ ਹੀ ਭਟਕਦਾ ਰਹਿੰਦਾ, ਉਹਨੂੰ ਪਤਾ ਨਹੀਂ ਲੱਗਦਾ ਕਿ ਸਹੀ ਰਸਤਾ ਕਿਹੜਾ ਹੈ, ਸਹੀ ਘਰ ਕਿੱਥੇ ਹੈ ਮਾਲਕ ਦਾ, ਉਹਨੂੰ ਪਤਾ ਨਹੀਂ ਲੱਗਦਾ। ਉਹ ਭਾਵੇਂ ਕੋਲ ਹੀ ਤੁਰਿਆ ਫਿਰਦਾ ਹੋਵੇ ਤਾਂ ਵੀ ਉਹ ਸਿੱਧਾ ਜਾਏਗਾ, ਉੱਧਰ ਲੰਘ ਜਾਏਗਾ, ਉੱਧਰ ਲੰਘ ਜਾਏਗਾ। ਮਾਲਕ ਤਾਂ ਕੋਲ ਹੀ ਹੈ ਨਾ, ਮਾਲਕ ਤਾਂ ਅੰਦਰ ਹੀ ਵਸਦਾ, ਪਰ ਪਤਾ ਨਹੀਂ ਲੱਗਦਾ। ਇਹ ਵੀ ਉਹਦਾ ਭਾਣਾ ਹੈ ਕਿ ਜਿਹੜਾ ਮਾਇਆ ਨਾਲ ਮੋਹ ਕਰ ਲੈਂਦਾ ਫਿਰ ਉਹ ਭਟਕਦਾ ਰਹਿੰਦਾ ਹੈ। ਤੇ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਕੇ ਜਿਹੜਾ ਹੈ ਗੁਣ ਗਾਉਂਦਾ, ਗੁਰੂ ਦੀ ਗੱਲ ਮੰਨਦਾ, ਫਿਰ ਉਹ ਬੜੇ ਸੌਖੇ ਤਰੀਕੇ ਦੇ ਨਾਲ ਇੰਝ ਲੱਗਦਾ ਹੈ ਕਿ ਕੋਲ ਹੀ ਸੀ, ਬਸ ਐਂ ਹੀ ਚਲਾ ਗਿਆ। ਭਾਵ ਮਾਲਕ ਨੂੰ ਅੰਦਰੇ ਲੱਭ ਲੈਂਦਾ ਹੈ। ਅੱਗੇ ਰਹਿਮਤ ਕਰ ਰਹੇ ਹਨ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਕੋ ਦਾ ਅਰਥ ਕੀ ਹੈ ਜੀ? ਹਾਂਜੀ, ਨਾ ਕੋ, ਠੀਕ ਹੈ, ਕੋਈ ਹੈ ਇਹਦਾ ਅਰਥ, ਠੀਕ ਹੈ ਜੀ। ਨਾ ਕੋ ਮੂਰਖ, ਕਿ ਆਪਣੀ ਸਮਰੱਥਾ ਦੇ ਨਾਲ ਕੋਈ ਵੀ ਜੀਵ, ਕੋਈ ਵੀ ਮਨੁੱਖ, ਨਾ ਹੀ ਕੋਈ ਮੂਰਖ ਹੈ ਅਤੇ ਨਾ ਹੀ ਕੋਈ ਸਿਆਣਾ, ਕਿ ਆਪਣੀ ਬੁੱਧੀ ਦੇ ਨਾਲ ਕੋਈ ਨਾ ਤੇ ਮੂਰਖ ਹੈ ਤੇ ਨਾ ਹੀ ਸਿਆਣਾ ਹੈ। ਵਰਤੈ ਸਭ ਕਿਛ ਤੇਰਾ ਭਾਣਾ, ਕਿ ਜਗਤ ਵਿੱਚ ਜੋ ਕੁਝ ਹੋ ਰਿਹਾ ਹੈ ਸਭ ਤੇਰਾ ਹੁਕਮ ਹੀ ਚੱਲ ਰਿਹਾ ਹੈ। ਕਈ ਵਾਰ ਆਪਾਂ ਹੁਣ ਸਮਾਜ ਵਿੱਚ ਵਿਚਰਦੇ ਹਾਂ ਨਾ, ਹਰ ਬੰਦੇ ਦੇ ਘਰ ਦੀ ਕਹਿ ਲਈਏ, ਸਮਾਜ ਦੀ ਕਹਿ ਲਈਏ, ਦਫ਼ਤਰ ਦੀ ਕਹਿ ਲਈਏ, ਸੰਸਥਾ ਦੀ ਆਪਣੀ ਇੱਕ ਮਰਿਆਦਾ ਹੁੰਦੀ ਹੈ ਨਾ ਮਰਿਆਦਾ। ਉਹ ਆਪਣੀ ਮਰਿਆਦਾ ਮੁਤਾਬਕ ਠੀਕ ਹੁੰਦਾ ਹੈ, ਪਰ ਜਦੋਂ ਕੋਈ ਦੂਜਾ ਮਨੁੱਖ ਉੱਥੇ ਆਉਂਦਾ ਹੈ ਉਹਨੂੰ ਆਪਣੇ ਮੁਤਾਬਕ ਉਹ ਕੀ ਲੱਗਦੀ ਹੈ? ਗਲਤ ਲੱਗਦੀ ਹੈ ਨਾ। ਕਹਿਣ ਤੋਂ ਭਾਵ ਹੈ ਕਿ ਭਾਵੇਂ ਕੋਈ ਵੀ ਕਿਤੋਂ ਵੀ ਸਥਾਨ ਦੀ ਹੈ,
कि साडी आ मर्यादा है, पर दूजा बंदा होंदा कि नहीं नहीं कि ये ठीक नहीं, तुहाडा काम है इस तरह होना चाहिए। आखदा ना, कहने तो भाव कि एक बहुत सियाणा बन रहा है, दूजा एक होर आके कह रहा कि नहीं नहीं ये ठीक नहीं है ना ऐसा। कदे भी चोर ये नहीं कहता कि मैं चोरी करके गलत काम करदा, वो कहता कि वधिया सौखा जिहा काम है, बस चुप करके हथ सफाई आउंदी कर लईदी, बस ठीक है। जे सारी दुनिया के चोर चोरी नूं गलत काम समझ लैण, फिर तो सवेरे ही खत्म हो जाए, फिर तो आ कोर्टां कचहरियां दी ते पुलिस आदि दी लोड़ ही नहीं है ना सा। कहने तो भाव है कि वह भी कहता कि मैं ठीक है, कि मैं अपनी समझ मुताबिक जो कर रहा ठीक है, पर बाकियों की लगता लगता ना कि मूर्खता भरा काम करता है। जां होर भी कई कारज है समाज विच विचरदे हैं, कोई गलत काम कर रहा है पर वो अपनी सोच मुताबिक की है ठीक कर रहा होंदा है। कोई भी काम है मैं कुछ कर रहा हाँ, वो मेरी समझ मुताबिक ठीक हो सकता, पर हो सकता तुहाडी समझ मुताबिक गलत होए, है ना। कि सब दी अपनी अपनी समझ, अपना अपना दायरा है, पर मालिक दी रजा अनुसार ना कोई मूर्ख है ते ना कोई सियाणा है। इस करके पातशाह जगत विच जो कुछ वरत रहा है वो तेरा ही हुक्म चल रहा है। अगम अगोचर बेअंत अथाह, तेरी कीमत कहन न जाई जियो। हुण ये अर्थ आपां कर लए, अगम अगोचर बेअंत, अगे शब्द है अथाह। हाँ जी, जिहदी था ना पाई जा सके, भाव कि जिहदी डूंघाई ना नापी जा सके, कि भाव जिहड़ा बहुत वड्डा उच्चा डूंघा जिवें भी कह लईए। तेरी कीमत कह ना जाई जियो, कीमत कि तेरी कीमत भाव जां तू अमोलक है, पर तेरे बराबर दा कोई होर चीज़ या कोई शै जिहड़ी है वो दसी नहीं जा सकती। तेरी कीमत तो भाव कि तेरे बराबर दा कोई लभ्या नहीं जा सकता कि तेरा मुल पा सके, कि तैनूं कोई खरीद सके, वो तेरे बराबर दा कोई है नहीं, कि तेरे बराबर दी कोई वस्तु शै जिहड़ी है वो लभी जां दसी नहीं जा सकती है। खाक संतन की दे प्यारे, आए पया हर तेरे द्वारे। खाक तो भाव मिट्टी चरण धूड़, कि हे हरि मैनू अपने सेवकां अपने संतां दी चरण धूड़ दे। इत्थे हुण संतन शब्द वरतिया, नन्ना है जिहड़ा वो की है, इस शब्द नूं ने बहुवचन बना दिता है संतन, कि बहुते सेवकां दी गल हो गई इत्थे, कि तेरे जिहड़े तेरे संत ने उन्हां दी मैनू चरण धूड़ दे, भाव उन्हां दी मैनू संगत बख्श। आए पया हर तेरे द्वारे, कि हे हरि मैं तेरे दर ते आ डिग्गा हाँ, तेरे दर ते आके पै गया, कि हुण मैनू तू बचा लै विकारां तो। मैनू लगदा है कि मैं गलत कारज कर रहा, हुण मैनू तू जिहड़ा है सत संगत जिहड़ी है वो बख्श। दर्शन पेखत मन आघावै, नानक मिलन सुभाई जियो। सुभाई तो भाव रजा, इत्थे भी उहदा अर्थ जिहड़ा है रजा है, हुक्म है। सुभाई तो भाव सहज सुभाई, कि हे नानक परमात्मा दा दर्शन कीतियां मन दुनिया दे पदार्थां वल्लों रज जाता है। दर्शन पेखत मन आघावै, नानक मिलन सुभाई जियो, ते उस दी रजा अनुसार उस नाल मिलाप हो जाता है, उहदा मेल जिहड़ा है हो जाता। सतगुरु जी रहमत करन कि असीं भी पावन बाणी नूं समझ के अपने जीवन विच तब्दीली लियाईए। जिन्ना चिर तब्दीली नहीं है उन्ना चिर फल
ਜਾਂ ਕਹਿ ਦਈਏ ਕਿ ਪ੍ਰਾਪਤੀ ਨਹੀਂ ਹੈ। ਇਹ ਨਹੀਂ ਕਿ ਸੁਣ ਲਿਆ ਤੇ ਗਿਆਨ ਹਾਸਲ ਕਰਨਾ ਇੱਕ ਵੱਖਰੀ ਗੱਲ ਹੈ, ਗਿਆਨ ਨੂੰ ਪ੍ਰਾਪਤ ਕਰਕੇ ਜੀਵਨ 'ਚ ਵਸਾ ਲੈਣਾ ਅਸਲ ਪ੍ਰਾਪਤੀ ਉਦੋਂ ਹੈ। ਕਿ ਇਹ ਨਾ ਕਹਿ ਦੇਣਾ ਕਿ ਗੁਰੂ ਸਾਹਿਬ ਆਹ ਕਹਿੰਦੇ ਪਰ ਮੈਂ ਨਹੀਂ ਮੰਨਦਾ, ਕਿ ਕਹਿੰਦੇ ਜ਼ਰੂਰ ਹੈ ਪਰ ਮੈਂ ਨਹੀਂ ਮੰਨਦਾ, ਮੈਥੋਂ ਮੰਨਿਆ ਨਹੀਂ ਜਾਂਦਾ। ਐਸਾ ਨਹੀਂ, ਗੁਰੂ ਆਖਦਾ ਹੈ ਤੇ ਫਿਰ ਉਹ ਮੇਰੇ ਲਈ ਆਖਦਾ ਹੈ, ਮੇਰੇ ਨਿੱਜ ਜੀਵਨ ਲਈ ਆਖਦਾ। ਮੈਂ ਮੰਨਣਾ ਹੈ, ਇਹ ਮੇਰੀ ਮਰਜ਼ੀ ਨਹੀਂ ਹੈ, ਇਹ ਗੁਰੂ ਦਾ ਹੁਕਮ ਹੈ ਤੇ ਮੇਰਾ ਇਹ ਫਰਜ਼ ਹੈ ਕਿ ਗੁਰੂ ਜੋ ਆਖਦਾ ਮੈਂ ਮੰਨਣਾ ਹੈ। ਪਾਤਸ਼ਾਹ ਜੀ ਰਹਿਮਤ ਕਰਨ, ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਨੇ ਆਈਆਂ। ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਨਾ, ਅੰਗੀਕਾਰ ਕਰੇ ਤੇਰਾ। ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇਹੀ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ। ਨਾ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਤਰੁ ਪਿਆਰੋ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ। ਸ਼ਬਦ ਵਾਜੇ ਕਲਾ ਚਿਤ ਕਰਤ ਹਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਾਹ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਨੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।